ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰ ਸਿੱਖਾਂ ਮਨ ਵਧਾਈਆਂ, ਜਿਨ ਮੇਰ ਸਤਿਗੁਰ ਡਿਠਾ ਰਾਮ ਰਾਜੇ। ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ, ਵਿਚੋਂ ਗਿਆ ਗੁਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਸਵਾਰਿਓ, ਅੱਜ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਆਪ ਸਭ ਨੂੰ ਵਧਾਈਆਂ। ਔਰ ਮੈਂ ਥੋੜ੍ਹਾ ਜਿਹਾ ਸਮਾਂ ਇੱਕ ਦੋ ਵਿਚਾਰਾਂ ਆਪ ਦੇ ਨਾਲ ਸਾਂਝੀਆਂ ਕਰਨੀਆਂ। ਔਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਣ ਹੁੰਦਾ ਹੈ ਤੇ ਉਹਨਾਂ ਨੇ 7 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਘਾਲਣਾ ਘਾਲੀ। ਔਰ ਕਿਉਂਕਿ ਮਹਾਰਾਜ ਬਾਣੀ ਕਹਿੰਦੀ ਵੀ ਗੁਰ ਪੀਰਾਂ ਕੀ ਚਾਕਰੀ, ਮਹਾਂ ਕਰੜੀ ਸੁਖਸਾਰ। ਔਰ ਉਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਘਾਲਣਾ ਘਾਲਦੇ ਜਦੋਂ ਘਾਲਣਾ ਉਹਨਾਂ ਦੀ ਸੰਪੂਰਨ ਹੋਈ ਨਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਗੁਰਿਆਈ ਬਖਸ਼ ਦਿੱਤੀ। ਬਾਕੀ ਆਪਾਂ ਪਿਛਲੇ ਜੀਵਨ ਦੇ ਉਹਨਾਂ ਦੇ ਬਾਰੇ ਵਿਚਾਰ ਸ਼ਾਮਾਂ ਨੂੰ ਕਰਾਂਗੇ। ਹੁਣ ਸਿਰਫ ਗੁਰਸਿੱਖਾਂ ਮਨ ਵਧਾਈਆਂ, ਜੇ ਪਾਤਸ਼ਾਹ ਦੀਆਂ ਵਧਾਈਆਂ ਆਪ ਸਭ ਸੰਗਤਾਂ ਨੂੰ। ਕੋਈ ਲੰਮੀ ਚੌੜੀ ਵਿਚਾਰ ਨਹੀਂ ਹੁਣ ਕਰਨੀ। ਉਹ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਪਵੇ ਕਬੂਲ ਖਸਮ ਨਾਲ, ਜਾਂ ਕਾਲ ਮਰਦੀ ਕਾਲੀ। ਉਹ ਖਸਮ ਦੇ ਦਰ ਤੇ ਗੁਰੂ ਅੰਗਦ ਸਾਹਿਬ ਕਬੂਲ ਹੋ ਗਏ। ਪਏ ਕਬੂਲ ਖਸਮ ਨਾਲ, ਜਾਂ ਕਾਲ ਮਰਦੀ ਕਾਲੀ। ਮਰਦਾਂ ਵਾਲੀ ਕਾਲਣਾ, ਆਲਸ ਵਾਲੀ ਨਹੀਂ, ਮਰਦਾਂ ਵਾਲੀ ਕਾਲਣਾ ਕਾਲੀ ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਕਿਉਂਕਿ ਸਤਿਗੁਰ ਗਮ ਗਾਦ ਪੁਰਖ, ਕਿਹੜਾ ਚੱਲੇ ਗੁਰੂ ਦੀ ਝਾਲਾ। ਗੁਰੂ ਦੀਆਂ ਝਾਲਾਂ ਚੱਲਣੀਆਂ ਬੜੀਆਂ ਮੁਸ਼ਕਿਲ ਬਾਤਾਂ ਹੁੰਦੀਆਂ ਨੇ, ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ 7 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਹ ਘਾਲਣਾ ਘਾਲੀ। ਉਹ ਫਿਰ ਜਿੱਦਣ ਆਂਦੇ ਨੇ ਵੀ ਫਲ ਲੱਗਾ, ਕੋਈ ਬੰਦਾ ਮਿਹਨਤ ਕਰਦਾ ਫਿਰ ਫਲ ਤੇ ਉਹਨੂੰ ਮਿਲਦਾ ਹੀ ਹੈ ਨਾ ਉਸ ਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਥਾਂ ਤੇ ਬਿਠਾ ਦਿੱਤਾ ਲਹਿਣੇ ਨੂੰ ਤੇ ਮੱਥਾ ਟੇਕ ਦਿੱਤਾ ਤੇ ਗੁਰਿਆਈ ਬਖਸ਼ ਕੇ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਪੋਥੀ ਬਖਸ਼ੀ ਬਾਣੀ ਦੀ। ਆਖਿਆ ਪੁਰਖਾ, ਇਸ ਨੂੰ ਆਪ ਪੜ੍ਹਨਾ ਹੈ ਤੇ ਹੋਰਨਾਂ ਨੂੰ ਪੜ੍ਹਾਉਣਾ ਹੈ। ਪੋਥੀ ਜਾਨਾ ਗੁਰੂ ਕੀ ਬਾਣੀ। ਔਰ ਇੱਕ ਹੋਰ ਚੀਜ਼ ਬਖਸ਼ੀ ਮਹਾਰਾਜ ਨੇ ਕਿ ਗੁਰੂ का शब्द है, गुरु की बाणी है, ये आत्मा की खुराक है, ये आत्मा की भुख मिटाउंदी है। जिहड़ी गुरु की बाणी है मन भुखे नूं रजाउंदी है। ते जिहड़ा दूसरा एक चीज़ बख्शी गुरु नानक साहब ने भाई लहणे जी नूं जदों गुरु अंगद साहब बना दिता, और दूसरी एक ते पोथी बख्शी महाराज ने, ते दूसरी महाराज सच्चे पातशाह ने कड़छा। आख्या पुरखा, ये करतारपुर साहब की धरती हुण तू छड्ड दे ते तू खडूर साहब चल जा, क्योंकि इत्थे लोग
ਈਰਖਾ ਕਰਨਗੇ ਤੇਰੇ ਨਾਲ। ਤੇ ਤੂੰ ਦਿੱਤਾ ਛੋੜ ਤੁਰੇ ਜੋਤ ਜਗਾਈ, ਲੈਣੀ ਲੈਣੇ ਪਾਈ, ਨਾਨਕੋ ਦੇਣੀ ਅਮਰਦਾਸ ਕਰ ਆਈ। ਗੁਰ ਬੈਠਾ ਅੰਮ੍ਰਿਤ ਸਰੂਪ ਹੋਏ, ਗੁਰਮੁਖ ਪਾਈ ਦਾਤ ਲਾਈ, ਫੇਰ ਵਸਾਇਆ ਗੋਂਦਵਾਲ। ਉਹ ਫਿਰ ਜਦੋਂ ਗੁਰੂ ਨਾਨਕ ਸਾਹਿਬ ਨੇ ਬਖਸ਼ਾਂ ਕਰ ਦਿੱਤੀਆਂ, ਇੱਕ ਪੋਥੀ ਜਿਹੜੀ ਮਹਾਰਾਜ ਨੇ ਆਪ ਬਾਣੀ ਸਾਰੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਲਿਖੀ ਸੀ, ਉਹ ਪੋਥੀਆਂ ਦੇਤੀਆਂ ਗੁਰੂ ਅੰਗਦ ਸਾਹਿਬ ਜੀ ਨੂੰ। ਤੇ ਦੂਸਰਾ ਕਹਿੰਦੇ ਕੜਛਾ ਬਖਸ਼ਿਆ ਵੀ ਪੁਰਖਾ 2 ਲੰਗਰ ਚਲਾਉਣੇ ਹੁਣ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ। ਇੱਕ ਤੇ ਲੰਗਰ ਚੱਲੇ ਗੁਰ ਸ਼ਬਦ, ਹਰ ਟੋਟ ਨ ਆਵੀ ਖੱਟੀਏ, ਖਰਚੇ ਦੇ ਤਕ ਸਾਮੰਦੀ, ਆਪ ਖਾਦੀ ਖੈਰ ਦਬੱਟੀਏ। ਆਖਿਆ ਵੀ ਲੰਗਰ ਸ਼ਬਦ ਦਾ ਜਾ ਕੇ ਲੰਗਰ ਲਾਉਣਾ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ। ਤੇ ਜਦੋਂ ਉਹ ਬਖਸ਼ਾ ਲੈ ਕੇ ਕਰਤਾਰਪੁਰ ਸਾਹਿਬ ਤੋਂ ਤੁਰਦੇ ਨੇ, ਤੇ ਸੱਤੇ ਬਲਵੰਡੇ ਨੇ ਉਹਦਾ ਜਿੱਦਣ ਇਧਰੋਂ ਖਡੂਰ ਸਾਹਿਬ ਤੋਂ ਗਏ ਸੀ ਨਾ ਕਰਤਾਰਪੁਰ ਨੂੰ ਲੈਣਾ ਜੀ, ਤੇ ਇਤਿਹਾਸ ਬੋਲਦਾ ਕਿ ਉਹਨਾਂ ਦੇ ਕੋਲ ਇੱਕ ਲੂਣ ਦੀ ਗਠੜੀ ਸੀ। ਉਹ ਆਪਣੇ ਘਰੋਂ ਲੂਣ ਲੈ ਕੇ ਤੁਰੇ ਕਰਤਾਰਪੁਰ ਸਾਹਿਬ ਨੂੰ ਖਡੂਰ ਸਾਹਿਬ ਤੋਂ। ਤੇ ਜਿੱਦਣ ਕਰਤਾਰਪੁਰ ਸਾਹਿਬ ਤੋਂ ਇਹਨੂੰ ਤੁਰੇ ਖਡੂਰ ਸਾਹਿਬ ਨੂੰ, ਤੇ ਉਦੋਂ ਕੀ ਸੀ ਗੁਰੂ ਅੰਗਦ ਸਾਹਿਬ ਜੀ ਦੇ ਕੋਲ? ਸਾਤੇ ਤੇ ਬਲਵੰਡ ਜੀ ਨੇ ਆਪਣੀ ਬਾਣੀ 'ਚ ਲਿਖਿਆ ਹੈ ਕਿ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਤੇ ਕੀ ਲੈ ਕੇ ਆਏ ਕਰਤਾਰਪੁਰੋਂ? ਫੁੱਲੀਆਂ ਦਾ ਪ੍ਰਸ਼ਾਦ? ਨਾ ਨਾ ਨਾ, ਆਹ ਜਿੱਦਾਂ ਸਾਡੇ ਜਾ ਕੇ ਲੈ ਆਉਂਦੇ ਮੇਲਿਆਂ ਦੇ, ਨਹੀਂ ਨਹੀਂ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਤੁਧ, ਹੋਰ ਮੁਚ ਗਰੂਰਾ। ਉਹ ਗੁਰੂ ਨਾਨਕ ਸਾਹਿਬ ਦੇ ਕੋਲੋਂ ਜਪ ਤਪ ਸੰਜਮ ਇਹ ਚੀਜ਼ਾਂ ਲੈ ਕੇ ਆਏ ਲੈਣਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਉਹ ਫਿਰ ਖਡੂਰ ਸਾਹਿਬ ਦੀ ਧਰਤੀ ਤੇ ਆਣ ਕੇ ਉਹਨਾਂ ਨੇ ਪਹਿਲਾ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਦਿਆਂ ਹੋਇਆ ਬੱਚਿਆਂ ਨੂੰ ਊੜਾ ਐੜਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਤੇ ਡਿਊਟੀ ਲਾ ਦਿੱਤੀ ਇੱਕ ਸਿੱਖ ਦੀ, ਇਤਿਹਾਸ ਵਿੱਚ ਉਹਦਾ ਨਾਂ ਜ਼ਿਕਰ ਆਉਂਦਾ ਹੈ ਭਾਈ ਬੱਲੂ ਜੀ। ਭਾਈ ਬੱਲੂ ਜੀ ਨੂੰ ਆਖਿਆ ਵੀ ਤੁਸੀਂ ਬੱਚਿਆਂ ਨੂੰ ਊੜਾ ਐੜਾ ਲਿਖ ਕੇ ਦੇਣਾ ਤੇ ਪੜ੍ਹਾਉਣਾ, ਕਿਉਂਕਿ ਇਹ ਬਾਣੀ ਦਾ ਜਿਹੜਾ ਲੰਗਰ ਵਾ ਨਾ, ਲੰਗਰ ਚੱਲੇ ਵੀ ਖੱਟੀਏ, ਖਰਚੇ ਦੇ ਤਕ ਸਾਮਦੀ, ਆਪ ਖਾਦੀ, ਇਹੀ ਸ਼ਬਦ ਦੀ ਕਮਾਈ ਲੈਣੇ ਨੇ 7 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੀਤੀ। ਸ਼ਬਦ ਨੂੰ ਜਪਿਆ, ਸ਼ਬਦ ਨੂੰ ਗਾਇਆ, ਸ਼ਬਦ ਨੂੰ ਧਿਆਇਆ, ਸ਼ਬਦ ਨੂੰ ਸਮਝਿਆ। ਉਹ ਫਿਰ ਹੁਣ ਖਰਚੇ ਦੇ ਤਕ ਸਾਮਦੀ, ਆਪ ਖਾਦੀ, ਇਹ ਸ਼ਬਦ ਨੂੰ ਪਹਿਲੋਂ ਕਮਾਇਆ, ਖੈਰ ਦਬੱਟੀਏ। ਹੁਣ ਖਡੂਰ ਸਾਹਿਬ ਦੀ ਧਰਤੀ ਤੇ ਆਣ ਕੇ ਉਹ ਬਖਸ਼ਾਂ ਕਰਨ ਲੱਗ ਪਏ ਫੇਰ। ਤੇ ਬੱਚਿਆਂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਊੜਾ ਐੜਾ ਮਾਰਨੀ, ਪੜਾਉਣੀ, ਬਾਣੀ ਸਿਖਾਉਣੀ। ਤੇ ਫਿਰ ਉੱਥੇ ਦੂਸਰਾ ਜਿਹੜਾ ਸੀ ਮਹਾਰਾਜ ਨੇ ਆਖਿਆ ਹੈ ਵੀ ਇੱਕ ਤੇ ਸ਼ਬਦ ਦਾ ਲੰਗਰ ਲਾਉਣਾ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ, ਤੇ ਦੂਸਰਾ ਨਿੱਤਰ ਸੋਈਏ ਤੇਰੀਏ ਕਿਉ ਮੈਦਾ ਖਾਣ, ਬਲਵੰਡ ਖੀਵੀ ਨੇਕ ਜਨ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਕਿਆਲੀ। ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਆਪ ਬੱਚਿਆਂ ਨੂੰ ਬਾਣੀ ਪੜ੍ਹਾਉਂਦੇ ਨੇ, ਊੜਾੜਾ ਪੜ੍ਹਾਉਂਦੇ ਨੇ, ਮਾਰਨੀ ਪੜ੍ਹਾਉਂਦੇ ਨੇ, ਤੇ ਸ਼ਬਦ ਦਾ ਲੰਗਰ ਲਾਉਂਦੇ ਨੇ। ਲੰਗਰ ਚੱਲੇ ਗੁਰ ਸ਼ਬਦ। ਹੁਣ ਤੇ ਆ ਬਹੁਤੇ ਸਾਡੇ ਕੱਲਾ ਹੀ ਲੰਗਰ ਪਿੱਛੇ ਪੈ ਗਈ ਸਾਡੀ ਕੌਮ। ਨਹੀਂ ਨਹੀਂ, ਲੰਗਰ ਚੱਲੇ ਗੁਰ ਸ਼ਬਦ, ਹਰ ਤੋੜ ਨਾ ਆਵੀ ਖੱਟੀਏ, ਖਰਚੇ ਦੇ ਤਕ ਸਾਮਦੀ, ਆਪ ਖਾਦੀ ਖੈਰ ਦਬੱਟੀਏ, ਹੋਵੇ ਸਿਫਤ ਕਸਾਮਦੀ, ਨੂਰ ਅਰਸੋਂ ਕੁਰਸੋਂ ਚੱਟੀਏ।
ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਗਤ ਵਿੱਚ ਬੈਠ ਕੇ ਸ਼ਬਦ ਦਾ ਲੰਗਰ ਲਾਉਂਦੇ ਨੇ ਤੇ ਜਿਨ੍ਹਾਂ ਦੇ ਮਨ ਭੁੱਖੇ ਸੀ, ਆਤਮਾ ਭੁੱਖੀਆਂ ਸੀ, ਉਹਨਾਂ ਨੂੰ ਰੱਬੀ ਯਾਦ ਨਾਲ ਜੋੜਦੇ ਨੇ, ਰੱਬੀ ਸਿਫਤ ਸਲਾਹ ਦੇ ਨਾਲ ਜੋੜਦੇ ਨੇ ਗੁਰੂ ਅੰਗਦ ਸਾਹਿਬ। ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ, ਉਹਨਾਂ ਦੀ ਜਿਹੜੀ ਧਰਮ ਪਤਨੀ ਮਾਤਾ ਖੀਵੀ ਜੀ ਸੀ, ਉਹਨਾਂ ਦੀ ਡਿਊਟੀ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਕੋਲੋਂ ਦੋ ਚੀਜ਼ਾਂ ਲੈ ਕੇ ਲੈਣਾ ਜੀ ਆਏ ਨੇ ਕਰਤਾਰਪੁਰੋਂ। ਇੱਕ ਤੇ ਪੋਥੀ, ਉਹ ਜਿਹੜਾ ਆਉਂਦਾ ਨਾ ਕਿ एक महल जो शब्द हुआ, तख्त लेने को हुआ, बाबे टिक्का किया, बुढ़े टिक्का किया। करतारपुर साहिब की धरती ते तख्त लेने को हुआ, बुढ़े टिक्का किया, बाबे मत्था टेक दिया, सब खजाने को मालिक किया, वर्त वर्तारा शब्द का हुआ। ਉਹ ਸ਼ਬਦ ਲੈ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ ਤੇ ਉੱਥੇ ਫਿਰ ਵਰਤਾਉਂਦੇ ਨੇ ਹੋਰ ਸੰਗਤਾਂ ਨੂੰ ਸ਼ਬਦ ਦਾ ਵਰਤਾਰਾ। ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ, ਉਹਦਾ ਬਾਰੇ ਬਾਣੀ ਵਿੱਚ ਕਿਸੇ ਇਸਤਰੀ ਨੂੰ ਵਡਿਆਇਆ ਨਹੀਂ ਗਿਆ ਨਾਂ ਲੈ ਕੇ, ਇੱਕੇ ਇਸਤਰੀ ਨੂੰ ਵਡਿਆਇਆ ਗਿਆ ਨਾਂ ਲੈ ਕੇ। ਉਹ ਗੁਰੂ ਅੰਗਦ ਸਾਹਿਬ ਦੀ ਮਹਿਲ ਸਨ ਪਤਨੀ ਸੀ। ਉਹ ਕੀ ਕਰਦੇ ਸੀ? ਗੁਰੂ ਅੰਗਦ ਸਾਹਿਬ ਤਾਂ ਸ਼ਬਦ ਦਾ ਵਰਤਾਰਾ ਕਰਦੇ ਸੀ ਤੇ ਮਾਤਾ ਖੀਵੀ ਜੀ ਉਹਨਾਂ ਦੀ ਧਰਮ ਪਤਨੀ ਕੀ ਕਰਦੇ ਸੀ? ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌ ਪਤਰਾਲੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਕਿਆਲੀ। ਮਾਤਾ ਖੀਵੀ ਜੀ ਨੇ ਖੀਰ ਤਿਆਰ ਕਰਨੀ, ਉਹਨਾਂ ਦਾ ਨਾਂ ਹੀ ਮਾਤਾ ਖੀਵੀ ਜੀ। ਉਹਨਾਂ ਨੇ ਖੀਰ ਤਿਆਰ ਕਰਨੀ, ਗੁਰੂ ਅੰਗਦ ਸਾਹਿਬ ਦੇ ਧਰਮ ਪਤਨੀ ਮਾਤਾ ਖੀਵੀ ਜੀ ਖੀਰ ਤਿਆਰ ਕਰਨੀ ਤੇ ਖੀਰ ਦੇ ਵਿੱਚ ਰਸ ਅੰਮ੍ਰਿਤ ਖੀਰ, ਖੀਰ ਤਾਂ ਹੋ ਗਿਆ ਜਿਹੜੀ ਖੀਰ ਅਸੀਂ ਬਣਾਉਣੇ, ਕਿਆਲੀ। ਉਹ ਜਿਹੜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਧਰਮ ਪਤਨੀ ਨੇ ਖੀਰ ਤਿਆਰ ਕਰਨੀ ਨਾ, ਉਹਦੇ ਵਿੱਚ ਘਿਓ ਪਾਉਣਾ, ਰਸ ਅੰਮ੍ਰਿਤ ਖੀਰ ਕਿਆਲੀ। ਖੀਰ ਵਿੱਚ ਵੀ ਘਿਓ ਪਿਆ ਕੇ ਤੇ ਉਹ ਪਦਾਰਥ ਤਿਆਰ ਕਰਨਾ ਤੇ ਉਹ ਸੰਗਤਾਂ ਨੂੰ ਛਕਾਉਣਾ। ਤੇ ਸੱਤਾ ਬਲਵੰਡ ਜੀ ਗੁਰਬਾਣੀ ਵਿੱਚ ਲਿਖਦੇ ਆ ਕਿ ਬਲਵੰਡ ਖੀਵੀ ਨੇਕ ਜਨ, ਜਨ ਕਹਿੰਦੇ ਨੇ ਇਸਤਰੀ ਨੂੰ। ਇਹ ਅਰਬੀ ਦਾ ਸ਼ਬਦ ਹੈ, ਫਾਰਸੀ ਦਾ। ਜਨ ਕਹਿੰਦੇ ਨੇ ਇਸਤਰੀ ਨੂੰ। ਇਹ ਗੁਰਬਾਣੀ ਵਿੱਚ ਇੱਕ ਵਾਰੀ ਆਉਂਦਾ ਹੈ, ਜਨ ਪਿਸਰ ਪਦਰ ਬਰਾਦਾ ਕਸਨੇਸ ਦਸਤੰਗੀਰ, ਆਖਰ ਬੇਫਤਮ ਕਸ਼ਟ ਨਾ ਦਾਰਦ ਚੂਰ ਸਵਦ ਤਕਬੀਰ। ਜਨ ਪਿਸ਼ਰ, ਜਨ ਮੈਨੇ ਇਸਤਰੀ। ਬਲਵੰਡ ਖੀਵੀ ਨੇਕ ਜਨ, ਕਿ ਮਾਤਾ ਖੀਵੀ ਜੀ ਜਿਹੜੀ ਇਸਤਰੀ ਹੈ ਉਹ ਬਹੁਤ ਅਨੇਕ ਚੰਗੇ ਸੁਭਾਅ ਦੀ ਹੈ, ਠੰਡੇ ਮਿੱਠੇ ਸੁਭਾਅ ਦੀ ਹੈ, ਤਪਦੀ ਨਹੀਂ ਹੈ। ਕਹਿੰਦਾ ਨਾ ਖੁੱਲੀਆਂ ਵਿਚਾਰਾਂ ਤੇ ਆਪਾਂ ਸ਼ਾਮਾਂ ਹੀ ਕਰਾਂਗੇ ਕਿ ਪਤੀ ਚੜ੍ਹਦੀ ਜਵਾਨੀ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਰਤਾਰਪੁਰ ਚਲ ਗਏ ਹੱਟੀ ਬੰਦ ਕਰਕੇ। 28 ਸਾਲ ਦੀ ਉਮਰ ਆ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਦੀ, ਜਦੋਂ ਹੱਟੀ ਨੂੰ ਬੰਦ ਕਰਕੇ ਤੇ ਕਰਤਾਰਪੁਰ ਚਲ ਜਾਂਦੇ ਨੇ, ਕਿਉਂਕਿ ਬਾਬਾ ਨੇ ਆਪਣੀ ਹੱਟੀ ਬੰਦ ਕੀਤੀ ਸੁਲਤਾਨਪੁਰ ਲੋਧੀ ਤੋਂ। ਇਹ ਕਰਦੇ ਹੁੰਦੇ ਨੇ ਮਹਾਂਪੁਰਖ। ਉਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਪਣੀ ਹੱਟੀ, ਜਿਹੜਾ ਛੋਟੀ ਮੋਟੀ ਹੱਟੀ ਸੀ ਖਡੂਰ ਸਾਹਿਬ, ਬੰਦ ਕਰਕੇ ਤੇ ਘਰ ਵਿੱਚ ਛੋਟੇ ਛੋਟੇ ਬੱਚੇ ਨੇ, 4 2 ਪੁੱਤਰ ਨੇ, 2 ਛੋਟੀਆਂ ਧੀਆਂ। ਉਹਨਾਂ ਦਾ ਤਿਆਗ ਕਰਕੇ ਤੇ ਪਵੇ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ, ਘਾਲਣਾ ਘਾਲੀ 7 ਸਾਲ ਲਗਾਤਾਰ ਕਰਤਾਰ ਤੇ 7 ਸਾਲਾਂ ਬਾਅਦ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਰਤਾਰਪੁਰ ਤੋਂ ਆਏ ਨਾ ਸਾਹਿਬ, ਤੇ ਉਹ ਫਿਰ ਇਤਿਹਾਸਕਾਰ ਵੀ ਬੋਲਦੇ ਨੇ ਤੇ ਗੁਰਬਾਣੀ ਵੀ ਦੱਸਦੀ ਹੈ ਕਿ ਨੂਰ ਅਰਸੋਂ ਕੁਰਸੋਂ ਚੱਟੀਏ,
ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿਠੇ ਸੱਚੇ ਪਾਤਸ਼ਾਹ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ। ਜਿੱਦਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਏ ਤੇ ਮੁਖੜੇ ਉੱਤੇ ਰੱਬੀ ਨੂਰ ਸੀ। ਨਾਏ ਬਾਣੀ ਸੱਚ ਲਾਲੀ, ਉਹ ਜਿਹੜਾ ਸ਼ਬਦ ਉਹਦਾ ਮੈਂ ਭੁੱਲ ਗਿਆ ਮਹਾਰਾਜ ਸੱਚੇ ਪਾਤਸ਼ਾਹ ਦਾ, ਕਿ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ। ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਿਲਾਲੀ। ਧਰਮ ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਏ ਦਰਹਾਲੀ। ਗੁਰੰਗਦ ਕੀ ਦੋਹੀ ਫਿਰੀ ਸੱਚ ਕਰਤੇ ਬੰਦ ਬਹਾਲੀ। ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ। ਦਰ ਦਰਵੇਸ ਖਸਮ ਦੇ ਨਾਏ ਸੱਚੇ ਬਾਣੀ ਲਾਲੀ। ਨਾਏ ਸੱਚੇ ਬਾਣੀ ਲਾਲੀ। ਉਹ ਬਾਣੀ ਪੜ੍ਹ ਪੜ੍ਹ ਕੇ, ਉਹ ਸ਼ਬਦ ਨੂੰ ਗਾ ਗਾ ਕੇ, ਸ਼ਬਦ ਨੂੰ ਧਿਆ ਧਿਆ ਕੇ ਗੁਰੂ ਅੰਗਦ ਸਾਹਿਬ ਦੇ ਚਿਹਰੇ ਉੱਤੇ ਬਹੁਤ ਲਾਲੀ ਆਈ ਹੋਈ ਸੀ। ਹੁਣ ਵੀ ਬਾਬਿਆਂ ਦੇ ਚਿਹਰਿਆਂ ਤੇ ਲਾਲੀਆਂ ਨੇ। ਇਹ ਕੋਈ ਨਾਮ ਦੀਆਂ ਲਾਲੀਆਂ ਨਹੀਂ ਹੈ, ਇਹ ਬਦਾਮ ਦੇ ਗਿਰੀਆਂ ਦੀਆਂ ਲਾਲੀਆਂ ਨੇ। ਹੁਣ ਕੋਈ ਕਾਜੂਆਂ ਦੀਆਂ ਲਾਲੀਆਂ ਤੇ ਹੋ ਸਕਦੀਆਂ ਸਾਡੇ ਚਿਹਰਿਆਂ ਤੇ, ਬਾਣੀ ਦੀ ਲਾਲੀ ਨਹੀਂ ਹੈ। ਦਰ ਦਰਵੇਸ ਕਸਮ ਦੇ ਨਾਏ ਸੱਚੇ ਬਾਣੀ ਲਾਲੀ। ਐ ਚਿਹਰਾ ਗੁਰੂ ਅੰਗਦ ਸਾਹਿਬ ਦਾ ਭਖਿਆ ਜਿੱਦਣ ਖਡੂਰ ਸਾਹਿਬ ਗਏ ਤੇ ਸਭ ਤੋਂ ਪਹਿਲਾਂ ਮਾਤਾ ਖੀਵੀ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ। ਆਪਣੇ ਪਤੀ ਸੀ ਉਹ। 7 ਸਾਲਾਂ ਬਾਅਦਾਂ ਘਾਲਣਾ ਘਾਲ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਬਖਸ਼ਾਂ ਲਈਆਂ। ਇਹ ਗੱਲਾਂ ਨਾਲ ਨਹੀਂ ਗੱਲ ਬਣਦੀ, ਇਹ ਬੜੀਆਂ ਬੜੀਆਂ ਮਹਾਂਪੁਰਖਾਂ ਨੂੰ ਘਾਲਣਾ ਘਾਲਣੀਆਂ ਪੈਂਦੀਆਂ। ਐਵੇਂ ਨਹੀਂ ਹਰ ਗੁਰਮੁਖ ਪਾਇਆ ਘਾਲ। ਫਿਰ ਗਾਂ ਗੁਰੂ ਅਮਰਦਾਸ ਨੇ 12 ਸਾਲ ਇਹ ਆਪਣੇ ਉੱਥੇ ਘਾਲਣਾ ਘਾਲੀ। ਖਡੂਰ ਇਹ ਤੇ ਸਾਰਿਆਂ ਨੂੰ ਘਾਲਣਾ ਘਾਲਣੀਆਂ ਪਈਆਂ। ਉਹ ਫਿਰ ਸੱਚੇ ਪਾਤਸ਼ਾਹ ਜਦੋਂ ਪਹਿਲੀ ਵਾਰੀ ਘਾਲਣਾ ਘਾਲ ਕੇ ਬਖਸ਼ਾਂ ਲੈ ਕੇ ਕਰਤਾਰਪੁਰ ਤੋਂ ਖਡੂਰ ਸਾਹਿਬ ਆਏ ਨਾ, ਤੇ ਹੁਣ ਧਰਮ ਪਤਨੀ ਨੇ ਮੱਥੇ ਤੇ ਵੱਟ ਨਹੀਂ ਪਾਇਆ ਕਿ 7 ਸਾਲ ਹੋ ਗਏ ਸੀ, ਛੋਟੇ ਛੋਟੇ ਬੱਚੇ, 4 ਬੱਚੇ ਘਰ ਵਿੱਚ, ਤੁਸੀਂ ਛੱਡ ਕੇ ਇੱਕ ਸਾਧ ਦੇ ਡੇਰੇ ਤੇ ਚਲ ਗਏ ਹੋ, ਤੇ ਇਹਨਾਂ ਬੱਚਿਆਂ ਦਾ ਕੌਣ ਖਿਆਲ ਕਰੇਗਾ। ਬਾਣੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਦੀ ਮਾਤਾ ਖੀਵੀ ਜੀ ਹੋਈ ਨੇ ਇਸ ਧਰਤੀ ਤੇ ਕੋਈ ਇਸਤਰੀ ਨਹੀਂ ਹੋ ਸਕੀ। ਔਰ ਨਾਮ ਕਰਕੇ ਸੰਬੋਧਨ ਕੀਤਾ ਜੇ ਬਾਣੀ ਵਿੱਚ ਤੇ ਉਹ ਮਾਤਾ ਖੀਵੀ ਜੀ ਨੂੰ ਕੀਤਾ ਗਿਆ ਹੈ। ਔਰ 2 ਵਾਰੀ ਨਾਂ ਗੁਰੂ ਕੀ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਦੀ ਧਰਮ ਪਤਨੀ ਮਾਤਾ ਖੀਵੀ ਜੀ ਦਾ ਆਉਂਦਾ ਹੈ। ਜਨ ਨੇਕ ਕਹਿੰਦੇ ਨੇ ਚੰਗੇ ਸੁਭਾਅ ਦੀ, ਮਿੱਠੇ ਠੰਡੇ ਮਿੱਠੇ ਸੁਭਾਅ ਦੀ ਉਹਨਾਂ ਦੀ ਧਰਮ ਪਤਨੀ ਮਾਤਾ ਖੀਵੀ ਜੀ ਸੀ। ਤੇ ਜਿੱਦਣ ਪਤੀ ਆਏ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਪਤੀ ਲੱਗਦੇ ਸਨ ਮਾਤਾ ਖੀਵੀ ਜੀ ਦੇ, ਤੇ ਸਭ ਤੋਂ ਪਹਿਲਾਂ ਮਾਤਾ ਖੀਵੀ ਜੀ ਨੇ ਮੱਥਾ ਟੇਕਿਆ, ਕੋਈ ਵੱਟ ਨਹੀਂ ਪਾਇਆ। ਅੱਜ ਦੀ ਇਸਤਰੀਆਂ ਤੋਂ ਹੁਣ ਜੋ ਹਾਲਤ ਤੁਹਾਡੇ ਸਾਹਮਣੇ ਆ, ਹੁਣ 7 ਸਾਲਾਂ 12 ਪਤੀ ਘਾਲਣਾ ਘਾਲ ਕੇ ਆਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ। ਅੱਜ ਦੀ ਇਸਤਰੀ ਤੋਂ ਕਹਾਣੀਆਂ ਤੁਸੀਂ ਮੈਨੂੰ ਮੇਰੇ ਨਾਲ ਵੱਧ ਜਾਣਦੇ ਹੋ, ਮੈਂ ਨਾ ਹੀ ਕਹਾਂ ਤੇ ਚੰਗੀ ਬਾਤ ਰਹੂ। ਉਹ ਫਿਰ ਬਲਵੰਡ ਜੀ ਕਹਿੰਦੇ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਚੌਪਤ ਰਾਲੀ। ਮਾਤਾ ਖੀਵੀ ਜੀ ਦਾ ਇੰਨਾ ਕੁ ਸੁਭਾਅ ਸੀ ਕਿ ਜਿਸ ਤਰ੍ਹਾਂ ਬਹੁਤ ਸੰਘਣਾ ਕੋ ਰੁੱਖ ਹੋਵੇ ਨਾ, ਬੋੜ ਪਿੱਪਲ ਬਹੁਤ ਸੰਘਣਾ ਰੁੱਖ ਹੋਵੇ ਤੇ ਉਹਦੀ ਛਾਂ ਬੜੀ ਠੰਡੀ ਹੁੰਦੀ ਹੈ। ਉਹ ਤੇ ਚਲੋ ਹੁਣ ਸਿਆਣੇ ਕਹਿੰਦੇ ਆ ਕਿ ਇਹ ਪੁਰਾਣੇ ਰੁੱਖ ਤੇ ਸਿਆਣੇ ਮਨੁੱਖ ਧਰਤੀ ਤੋਂ ਖਤਮ ਹੁੰਦੇ ਜਾ ਰਹੇ ਨੇ। ਪੁਰਾਣੇ ਰੁੱਖ ਤੇ ਸਿਆਣੇ ਮਨੁੱਖ ਧਰਤੀ ਤੋਂ ਖਤਮ ਹੋਈ ਜਾ ਰਹੇ ਨੇ, ਤਾਈਓ ਤੇ ਵਿਵਾਦ ਖੜਾ ਹੋ ਗਿਆ। ਧਰਮਾਂ ਵਿੱਚ ਕਰੀ ਐਡੇ ਐਡੇ ਮਹਾਂਪੁਰਖ ਸਾਡੀ ਕੌਮ ਦੇ ਹੋ ਗੁਜ਼ਰੇ ਨੇ, ਨੇ ਹੱਠੀ ਜੱਪੀ ਤਪੀ, ਕੋਈ ਵਿਵਾਦਿਤ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ। ਆਖਿਆ ਗੁਰੂ ਗੁਰੂ ਜਪੋ, ਗੁਰੂ ਗੁਰੂ ਧਿਆਓ, ਵਿਵਾਦਿਤ ਗੱਲਾਂ ਕਿਉਂ ਪਏ ਕਰਦੇ ਹੋ। ਇੱਕ ਗੁਰੂ ਕੀ ਬਾਣੀ ਦਾ ਬਚਨ ਆਉਂਦਾ ਹੈ
बादी बिन खोजी उपजे बादी बिन से हों बल बल गुर करतारा। खोजी उपजे जिन्हें खोज करनी वो पैदा होण, गुरु नानक साहब जी कहिंदे। ते जिन्हां ने मुड़ के झगड़े करने वो मारी जाण ते चंगी गल है। खोजी उपजे प्रभाती मल्ला पहला। खोजी उपजे खोज करन वाले पैदा होण धरती उत्ते। ते बंदे खोज दिल हर रोज, ਜਿਹੜੇ ਆਪੇ ਦੀ ਖੋਜ ਕਰਦੇ ਨੇ ਧਰਮ ਦੀ ਖੋਜ ਕਰਕੇ ਉਹ ਆਪ ਹਰ ਮਾਰਗ ਚੱਲਦੇ ਹੋਰਨਾਂ ਨੂੰ ਹਰ ਮਾਰਗ ਪਾਵੈ। ਉਹ ਕਹਿੰਦੇ ਬਈ ਰੱਬ ਨੂੰ ਰਾਹ ਆ ਜਾਂਦਾ ਜੀ, ਗੁਰੂ ਨੂੰ ਰਾਹ ਆ ਜਾਂਦਾ ਜੇ, ਉਹ ਤਰਕਾ ਨਹੀਂ ਕਰਦੇ। ਸਾਹਿਬ ਨੇ ਕਹਿੰਦਾ ਜਿੰਨੇ ਸਾਹਿਬ ਕਹਿੰਦੇ ਜਿਹਨੇ ਤਰਕਾਂ ਕਰਨੀਆਂ ਨਾ ਤੇ ਖੋਜੀ ਉਪਜੇ ਬਾਦੀ ਬਿਨ ਸੇ। ਉਹ ਖੋਜਾਂ ਕਰਨ ਵਾਲੇ ਸਾਡੀ ਕੌਮ 'ਚ ਪੈਦਾ ਹੋਣ ਤੇ ਝਗੜੇ ਕਰਨ ਵਾਲੇ ਤਰਕ ਕਰਨ ਵਾਲੇ ਮਾਰੀ ਜਾਣ ਤੇ ਚੰਗੀ ਗੱਲ ਹੈ। ਇੱਕ ਹੋਰ ਬਚਨ ਆਉਂਦਾ ਬਾਣੀ ਦਾ, ਮਾਇਆ ਇਹ ਤਰਕ ਕੌਣ ਕਰਦਾ ਹੈ? ਇਹ ਗੁਰੂ ਕੀ ਬਾਣੀ ਦਾ ਬਚਨ ਆ, ਮੈਂ ਨਹੀਂ ਕੋਈ ਕਹਿ ਰਿਹਾ ਕਿ ਤਰਕ ਕੌਣ ਕਰਦਾ ਹੈ। ਮਹਾਰਾਜ ਕਹਿੰਦੇ ਮਾਇਆ ਕੀ ਕਿਰਤ ਛੋੜ ਗਵਾਈ। ਜਿਹੜੇ ਵਿਹਲੇ ਲੋਕ ਨੇ ਨਾ ਦੂਜਿਆਂ ਦੀਆਂ ਰੋਟੀਆਂ ਉੱਤੇ ਪਲਦੇ ਨੇ, ਦੂਜਿਆਂ ਦੀਆਂ ਕਾਰਾਂ ਉੱਤੇ ਚੱਲਦੇ ਨੇ, ਆਪ ਕੋਈ ਕਿਰਤ ਕਮਾਈ ਨਹੀਂ ਕੀਤੀ। ਹੁਣ ਜਿਹੜਾ ਬੰਦਾ ਕਿਰਤ ਕਮਾਈ ਕਰਦਾ ਉਹਦੇ ਕੋਲ ਕਿੱਥੇ ਸਮਾਂ ਤਰਕਾਂ ਕਰਨ ਦਾ? ਉਹ ਤੇ ਰੱਬ ਰੱਬ ਕਰਦਾ, ਥੋੜਾ ਸਮਾਂ ਮਿਲ ਜੇ ਤੇ ਬਾਕੀ ਆਪਣੀ ਕਿਰਤ ਬਿਰਤ ਕਰਦਾ। ਇਹ ਤਰਕਾਂ ਉਹ ਲੋਕ ਕਰਦੇ ਨੇ ਜਿਹੜੇ ਵਿਹਲੜ ਨੇ। ਸਾਹਿਬ ਨੇ ਕਿਹਾ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੇ। ਰੱਬ ਦਾ ਨਾਮ ਜਪਣ ਦਾ ਪਤਾ ਨਹੀਂ ਲੱਗਾ ਕਿਵੇਂ ਜਪਣਾ, ਰੱਬ ਦੇ ਚਰਨਾਂ ਨਾਲ ਕਿਵੇਂ ਜੁੜਨਾ। ਤੇ ਕੀ ਹੋਇਆ? ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੇ। वेद शस्त्रन को तरकन लागा। लो वेदां शास्त्रां दे ग्रंथां ते तरकां शुरू हो गईयां। वेद शस्त्रन को तरकन लागा तत जोग ना पछाणे। तत नूं जाणिया नहीं, सच नूं जाणिया नहीं, जान दे तरकां करदे ने। खोजी उपजे बादी बिन से हों बल बल गुर करतारा। मैं कह रहा सी भी ओ बलवंड खीवी नेक जन माता खीवी जी इस धरती उत्ते बहुत चंगी एक सुभाअ दी इस्त्री हुई है। अनेक जन जिस बहुत ही शौप तराली कि जिस तरह एक बहुत संघना रुख होवे ना, ਉਹਦੀ ਛਾਂ बड़ी ठंडी हुंदी है। जिहदे पत्ते बहुत ही होण ना रुख दे, ਉਹਦੀ ਛਾਂ बड़ी ठंडी हुंदी है। ते गुरु अंगद साहब दे धर्म पत्नी माता खीवी जी नाल दी ठंडे सुभाअ दी इस्त्री इस धरती उत्ते मिलनी मुश्किल है। कहना ना कुदरत दा असूल है, जो कुदरत ने एक बारी चीज़ पैदा कर दी ना धरती उत्ते उन्हें दोबारा नहीं पैदा करनी। ये उहदा असूल है। होर हत्थां दे फिंगरप्रिंट जिन्हों कहते ने, धरती उत्ते एक बंदा भी नहीं जिहदे नाल साडा अंगूठा रलदा होवे। उन्हें एक जैसा पैदा करना ही नहीं है। मेरे करते एक खेल रचाया कोई ना किसी जिहा पाया। ਉਹਦਾ असूल आ कि उन्हें रुख नूं एक पत्ते जैसा दूसरा पत्ता नहीं लाउणा। ते बलवंड जी गुरु घर के बाबी भाई सत्ता जी ते बलवंड जी कहते ने माता खीवी सौ सोए। बलवंड खीवी नेक जन जिस बहुत ही शौप तराली कि जिहड़ा गुरु अंगद साहब का दर्शन कर लैंदा सी ना, ਉਹਦੇ दुख कलेश दूर हो जाते सन। हालांकि इतिहास ने ते गुरु की बाणी ने यह भी मिथ्या वा भी जे गुरु अंगद साहब अपने कमरे च बैठे होंदे सी ना कुंडा ला के, क्योंकि उन्हां दा सुभाव सी वो अपनी बस्त बिरती च रहिंदे सी, वो किसी नूं मिलदे नहीं सन। ये वक्खो वक्खरे आपो अपनियां गुरु पीरां साधा महात्मा दियां एक लूक ना देवे दर्शा हुंदे ने, एक निराहार अपरसा, एक लूक ना देवे दर्शा। इदां दे महापुरख हुंदे ने धरती ते।
ਗੁਰੂ ਅੰਗਦ ਸਾਹਿਬ ਆਪਣੀ ਮਸਤ ਬਿਰਤੀ 'ਚ ਰਹਿੰਦੇ ਸੀ। ਉਹ ਮਿਲਦੇ ਨਹੀਂ ਸੀ ਕਿਸੇ ਨੂੰ ਬਹੁਤਾ, ਕਮਰੇ 'ਚ ਰਹਿੰਦੇ ਸੀ। ਅਤੇ ਜਿੱਦਣ ਕਮਰੇ 'ਚੋਂ ਬਾਹਰ ਆਉਂਦੇ ਸੀ ਅਤੇ ਬਾਹਰ ਲਾਈਨ ਲੱਗੀ ਹੁੰਦੀ ਸੀ ਇੱਕ ਲੋਕਾਂ ਦੀ, ਜਿੱਦਾਂ ਹੁਣ ਨਹੀਂ ਉਹਦੇ ਹਜ਼ੂਰ ਸਾਹਿਬ ਬਾਹਰ ਲਾਈਨ ਲੱਗੀ ਹੁੰਦੀ ਲੰਗਰ ਲੈਣ ਵਾਲਿਆਂ ਦੀ, ਗਰੀਬਾਂ ਗੁਰਬਿਆਂ ਦੀ। ਅਤੇ ਗੁਰੂ ਅੰਗਦ ਸਾਹਿਬ ਦੇ ਘਰ ਬਾਹਰ ਵੀ ਇੱਕ ਲਾਈਨ ਲੱਗੀ ਹੁੰਦੀ ਸੀ ਬੂਹੇ ਅੱਗੇ। ਉਹ ਕਿਹੜੇ ਸੀ? ਰੋਗੀ, ਕੋਹੜੀ, ਇੱਦਾਂ ਦੇ ਰੋਗੀ ਬੈਠੇ ਹੁੰਦੇ ਸੀ। ਅਤੇ ਗੁਰੂ ਅੰਗਦ ਸਾਹਿਬ ਦੇ ਬਾਰੇ ਲਿਖਿਆ ਬਾਣੀ 'ਚ ਕਿ ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਾਨੇ ਉਤਾਰ। ਉਹਨਾਂ ਦੀਆਂ ਅੱਖਾਂ ਵਿੱਚ ਅੰਮ੍ਰਿਤ ਸੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀਆਂ ਨੇਤਰਾਂ ਵਿੱਚ ਅੰਮ੍ਰਿਤ ਸੀ। ਉਹ ਜਿੱਦਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਹੀਂ ਕਿਹਾ, ਹਰਿ ਅੰਮ੍ਰਿਤ ਪਿੰਨੇ ਲੋਹਿਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਹਰ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨ। ਜਦੋਂ ਹਿਰਦੇ ਵਿੱਚ ਅੰਮ੍ਰਿਤ ਪੈਦਾ ਹੋ ਜਾਂਦਾ ਹੈ ਨਾ, ਉਹ ਨੇਤਰਾਂ 'ਚ ਵੀ ਆ ਜਾਂਦਾ ਹੈ, ਉਹ ਕੰਨਾਂ ਵਿੱਚ ਵੀ ਆ ਜਾਂਦਾ, ਉਹ ਜ਼ੁਬਾਨ ਵਿੱਚ ਵੀ ਅੰਮ੍ਰਿਤ ਆ ਜਾਂਦਾ ਜਦੋਂ ਹਿਰਦੇ ਵਿੱਚ ਅੰਮ੍ਰਿਤ ਪੈਦਾ ਹੋ ਜਾਂਦਾ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਅੰਮ੍ਰਿਤ ਤੇ ਪਿਆਇਆ ਸੀ ਕਰਤਾਰਪੁਰ, ਹੋਰ ਕੀ ਕੀਤਾ ਸੀ। ਅਤੇ ਉਹਨਾਂ ਨੇ ਜਦੋਂ ਅੰਮ੍ਰਿਤ ਪੀਤਾ ਨਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ, ਅਤੇ ਉਹਨਾਂ ਨੇ ਫਿਰ ਆਖਿਆ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਨਾਨਕ ਅੰਮ੍ਰਿਤ ਮੰਨੇ ਮਾਏ, ਪਾਈਏ ਗੁਰ ਪ੍ਰਸਾਦ। ਮੈਨੂੰ ਤੇ ਕਰਤਾਰਪੁਰੋਂ ਗੁਰੂ ਨਾਨਕ ਸਾਹਿਬ ਨੇ ਇਹ ਨਾਮ ਦਾ ਪਿਆਲਾ ਪਿਆ ਦਿੱਤਾ। ਪਾਈਏ ਗੁਰ ਪ੍ਰਸਾਦ, ਤਿਨ ਹੀ ਪੀਤਾ ਰੰਗ ਸਿਉ। ਹਾਂ, ਉਹ ਹੀ ਪੀਊਗਾ ਜਿਸ ਕੋ ਲਿਖਿਆ ਆਦ। ਉਹ ਫਿਰ ਗੁਰੂ ਅੰਗਦ ਸਾਹਿਬ ਜਦੋਂ ਬਾਹਰ ਨਿਕਲਦੇ ਸੀ ਨਾ, ਤੇ ਉਹਨਾਂ ਦੇ ਨੇਤਰਾਂ ਵਿੱਚ ਅੰਮ੍ਰਿਤ ਸੀ। ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ। ਹੁੰਦਾ ਕੀ ਸੀ? ਕਾਲਖ ਖਾਨੇ ਉਤਾਰ। ਤੇ ਸਾਹਮਣੇ ਜਿਹੜੇ ਰੋਗੀ, ਕੋਹੜੀ, ਦੁਖੀਏ, ਬਿਮਾਰ ਬੈਠੇ ਹੁੰਦੇ ਸੀ ਗੁਰੂ ਅੰਗਦ ਸਾਹਿਬ ਦੇ, ਉਹ ਨਰੋਏ ਹੋ ਜਾਂਦੇ ਸੀ। ਕਿਆ ਸੀ ਬਾਤ। ਹੁਣ ਇਹੋ ਜਿਹੀਆਂ ਗੱਲਾਂ ਤੇ ਤਰਕਵਾਦੀ ਮੰਨ ਨਹੀਂ ਸਕਦੇ। ਉਹ ਜਿਹੜਾ ਜਦੋਂ ਭੱਟਾਂ ਨੇ ਗੁਰੂ ਅੰਗਦ ਸਾਹਿਬ ਦੇ ਬਾਰੇ ਲਿਖਿਆ, ਤੇ ਉੱਥੇ ਲਿਖਿਆ ਅਮੇ ਦ੍ਰਿਟ ਸੁਭ ਕਰੇ, ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਲੋਭ ਮੋਹ ਬਸ ਕਰੇ ਸਭੇ ਬਲ। ਸਦਾ ਸੁਖ ਮਨ ਵਸੇ, ਦੁੱਖ ਸਾਰੇ ਖੋਵੇ, ਗੁਰ ਨਾਉ ਨਿਧ ਦਰਿਆਓ, ਜਨਮ ਹਮ ਕਾਲਖ ਧੋਵੇ। ਸੋ ਕਹੋ ਟਲ, ਇਹ ਟਲ ਭੱਟ ਦਾ ਨਾਮ ਹੈ। ਸੋ ਕਹੋ ਟਲ ਗੁਰ ਸੇਵੀਐ, ਐਨ ਸੁਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ। ਜਿਹੜੇ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕਰਦੇ ਸੀ ਖਡੂਰ ਸਾਹਿਬ ਜਾ ਕੇ, ਉਹਨਾਂ ਦੇ ਬਾਰੇ ਆ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਜਿੱਥੇ ਸਰੀਰਕ ਦੁੱਖ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕਰਨ ਦੇ ਨਾਲ ਦੂਰ ਹੁੰਦੇ ਸੀ ਨਾ, ਉੱਥੇ ਜਨਮ ਮਰਨ ਦਾ ਵੀ ਦੁੱਖ ਵੀ ਦੂਰ ਹੁੰਦਾ ਸੀ। ਉਹ ਬਲਵੰਡ ਜੀ ਲਿਖਦੇ ਨੇ ਕਿ ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ। ਗੁਰੂ ਨਾਨਕ ਸਾਹਿਬ ਦੇ ਦਰ ਤੋਂ ਲੈਣ ਨੇ ਅੰਮ੍ਰਿਤ ਦੇ ਭਰ ਕੇ ਪਿਆਲੇ ਪੀਤੇ। ਜਿਹੜਾ ਹੁੰਦਾ ਨਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਸ਼ ਕਾ ਵਿਸ਼ਰਾਮ। ਉਹ ਫਿਰ ਉਹ ਮੈਂ ਕਹਿ ਰਿਹਾ, ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਾਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦਵਾਰ। ਤੇ ਜਿਹੜਾ ਜਦੋਂ ਕੋਈ ਗੁਰੂ ਅੰਗਦ ਸਾਹਿਬ ਨੂੰ ਨਹੀਂ ਸੀ ਮਿਲਦਾ ਨਾ ਰੋਗੀ, ਤੇ ਜੇ ਬਾਹਰੋਂ ਉਹਨਾਂ ਦੇ ਦਰਵਾਜ਼ੇ 'ਤੇ ਮੱਥਾ ਟੇਕ ਕੇ ਭਾਵਨਾ ਨਾਲ ਦਰਸ਼ਨ ਕਰਕੇ ਉਹਨਾਂ ਦੇ ਦਰਵਾਜ਼ੇ ਦਾ ਹੀ ਤੁਰ ਜਾਂਦਾ ਸੀ ਨਾ, ਜਾਂ ਕਿ ਦੇਖਤ ਦੁਆਰੇ। ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਾਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦਵਾਰ। ਦਵਾਰ ਦਾ, ਉਹਦੇ ਘਰ ਦਾ ਵੀ ਦਰਸ਼ਨ ਕਰਕੇ, ਜਿੱਥੇ ਗੁਰੂ ਅੰਗਦ ਸਾਹਿਬ ਬੈਠੇ ਹੋਏ ਸੀ, ਉੱਥੇ ਵੀ ਸੰਗਤਾਂ ਦੀਆਂ ਮੁਸ਼ਕਿਲਾਂ ਹੱਲ ਹੋਈ ਜਾਂਦੀਆਂ ਸੀ। ਇਸ ਕਰਕੇ ਸੱਤ ਬਲਵੰਡ ਜੀ ਕਹਿੰਦੇ ਨੇ
कि बलवंड खीवी नेक जन जिस बहुती शौपत राली, कि माता खीवी जी बड़े मिठे ठंडे मिठे, ये कुदरती जोड़ियां रलदियां ने कदी कदी, नहीं तो ऐसा हुंदा नहीं है। जिस तरह का सुभाव गुरु अंगद साहब जी का सी, उसी तरह के उन्होंने धर्म पत्नी माता खीवी का सी। ये कदी कदी कुदरत ऐसा करती, ऐसा हुंदा नहीं है, नहीं तो अनबैलेंस जिहा बहुता ही चलता। तो माता खीवी जी की करते सन, जे गुरु अंगद साहब जी शब्द का लंगर वरताउंदे सी, ते बलवंड खीवी नेक जन जिस बहुती शौपत राली, लंगर दौलत वंडिए रस अमृत खीर क्याली। वो घ्यो वाली खीर माता खीवी जी संगतां नूं छकाउंदे सी। ते ओ गुरु अंगद साहब सच्चे पातशाह महाराज दा अज प्रकाश दिहाड़ा वा। मैं बहुता समा नहीं, बस इन्ना कि समा मैं किसी ने कहा कि भावें थोड़ा ही समा लै पो, तो क्योंकि आ सवेर का समा धन गुरु अंगद दे सच्चे पातशाह दा बचना राही सानू किते दर्शन हो जाए। क्योंकि सतगुर बचन बचन है सतगुर पादर मुग्ध जनावो गो, सतगुर बचन तुम्हारे निर्गुण निस्तारे। शरीर ना नहीं, असी गुरु के बचना ना जुड़ना है। ते धन गुरु अंगद देव सच्चे पातशाह महाराज रहमतां बख्शां करन सिख संगतां उत्ते सारियां उत्ते, सानू अपने नाम दी दात बख्शिश करन। असी भी ईरखा द्वैश तो वखरे हो के गुरु के खवाउण वाले असी ईरखा द्वैश ना करिए। कौम विच अगे बड़े पवाड़े पै चुके ने, हुण ना कोई इस दियां गल्लां करिए कि कौम होर खेरू खेरू हो जाए ना। गुरु का सिख मंद वाकी ना होवे। सिख ने सिख ना लड़ना नहीं आ, सिख ने सिख ना ईरखा नहीं करनी। कलगीधर दा धन गुरु अंगद दे सच्चे पातशाह दे प्रकाश दिहाड़े दी आप सब संगतां नूं वधाइयां होण। शामी मैं खुला समा घंटा आप दे नाल लैब होऊंगा। हुण इन्ना ही दास कहंदा खिमंदा जाच साहब किरपा करन। वो दो चीज़ां लेके करतारपुर तो आए सी, एक पोथी ते दूसरा कड़छा, ते तीसरा गुरु अंगद साहब कमर कसा लेके आए सन। भी पुरखा कमर कसा करके रखना, ढिले नहीं। गुरु नानक साहब ने अपना कमर कसा ना खोल के लहणे नूं दे दिता, ते आख्या पुरखा ढिले नहीं पैना। ते जदों तोरिया ना फिर लहणे नूं गुरु अंगद साहब बना के, ते आख्या पुरखा आ खजाना शब्द दा सांभ के रखना। ते एक पोथी दे दिती, एक कमर कसा दे दिता। ते आख्या पुरखा होर कोई मंग लो। कहन लगे कोई रबाबी दे दिओ, क्योंकि सिख रूह की खुराक है, सिख की खुराक है। कहो नानक हर कीर्तन तन भोजन चूरा, ये साडी खुराक आ कीर्तन। कहन लगे गुरु अंगद साहब सच्चे पातशाह बड़ियां बख्शां कीतियां सच्चे पातशाह, तुसां ने साडे उत्ते सानू माणियां नूं मान बख्शिया वा, ते मैनू कोई रबाबी दे दिओ, मैं तुहाडी बाणी सुणदा रवां रबाबियां दे कोलों। ते गुरु नानक साहब कहन लगे पुरखा मैनू रबाबी रब ने बहुत वधिया दिता होया सी, जो सारी जिंदगी मैनू तुरकी बाणी सुणाउंदा रहा, रबाब वजाउंदा रहा मरदाना। वो खुदा ने मैनू परमेश्वर ने बड़ा वधिया रबाबी दिता सी, वो नहीं रहा हुण। जे कोई रागी सानू मिलिया तो असीं तेनू दे देंगे, वो भी भेज देंगे। इस करके सच्चे पातशाह धन गुरु अंगद देव रहमतां करो, बख्शां करो, सिख संगतां दे दुख हरो, समय दा संकट हरो, किरपा करो सच्चे पातशाह। आप सब नूं वधाइयां होण। शामी फिर खुला समा आपां गुरु कीआं वडियाइयां करांगे। सब किरपा करन भाई। इत्थे खमा दे जाच गंज। वाहिगुरू जी का खालसा, वाहिगुरू जी की फतेह।